ਸਤਿ ਸ਼੍ਰੀ ਅਕਾਲ ਸਰ ਵਿਦਿਆਰਥੀਓ, ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਵਰਿੰਦਰ ਐਜੂਕੇਸ਼ਨ ਵਿੱਚ। ਅੱਜ ਅਸੀਂ ਸੰਵਿਧਾਨ ਦੇ ਮਹੱਤਵਪੂਰਨ ਆਰਟੀਕਲਾਂ ਦਾ ਜਿਹੜਾ ਪਾਰਟ 2 ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ 150 ਆਰਟੀਕਲਾਂ ਦੇ ਬਾਰੇ ਪੜ੍ਹ ਚੁੱਕੇ ਹਾਂ, ਤਾਂ ਇਹ ਵੀਡੀਓ ਸ਼ੁਰੂ ਕਰਦੇ ਹਾਂ। ਪਹਿਲਾ ਹੈਗਾ ਆਪਾਂ ਕੋਲ ਭਾਰਤੀ ਸੰਵਿਧਾਨ ਦਾ ਭਾਗ C, ਜਿਹਦੇ ਵਿੱਚ ਆਰਟੀਕਲ 152 ਤੋਂ ਲੈ ਕੇ 237 ਤੱਕ ਜਿਹੜੇ ਰਾਜ ਦੀ ਸ਼ਾਸਨ ਵਿਵਸਥਾ ਦੇ ਨਾਲ ਸੰਬੰਧਿਤ ਨੇ। ਭਾਗ C ਦੇ ਵਿੱਚੋਂ ਪਹਿਲਾਂ ਆਪਾਂ ਰਾਜਪਾਲ ਨਾਲ ਸੰਬੰਧਿਤ ਆਰਟੀਕਲਾਂ ਦੀ ਗੱਲ ਕਰਦੇ ਹਾਂ। ਪਹਿਲਾ ਆਰਟੀਕਲ ਹੈਗਾ 152, ਜਿਸ ਦੇ ਵਿੱਚ ਰਾਜਪਾਲ ਦੀ ਪਰਿਭਾਸ਼ਾ ਦਿੱਤੀ ਹੋਈ ਆ। ਅਗਲਾ ਆਰਟੀਕਲ ਹੈਗਾ 153, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਰਾਜਾਂ ਦਾ ਰਾਜਪਾਲ ਹੋਵੇਗਾ, ਜਾਣੀ ਕਿ ਰਾਜਾਂ ਦੇ ਵਿੱਚ ਇੱਕ ਰਾਜਪਾਲ ਹੈ ਜਿਹੜਾ ਨਿਯੁਕਤ ਕੀਤਾ ਜਾਊ, ਜਿਹੜਾ ਕਿ ਰਾਜ ਦਾ ਮੁਖੀ ਹੋਊਗਾ। ਅਗਲਾ ਆਰਟੀਕਲ ਹੈਗਾ 154, ਜਿਸ ਦੇ ਵਿੱਚ ਰਾਜਪਾਲ ਦੀ ਸ਼ਕਤੀ ਦਾ ਵਰਣਨ ਕੀਤਾ ਗਿਆ। ਅਤੇ ਇਹ ਆਰਟੀਕਲ ਨੇ ਜਿਹੜੇ ਤੁਸੀਂ ਤਿੰਨੇ ਇਕੱਠੇ ਤੌਰ 'ਤੇ ਯਾਦ ਕਰ ਸਕਦੇ ਹੋ। ਅਗਲਾ ਰਾਜਪਾਲ ਨਾਲ ਸੰਬੰਧਿਤ ਆਰਟੀਕਲ ਹੈਗਾ ਆਰਟੀਕਲ 155, ਜਿਸ ਦੇ ਵਿੱਚ ਰਾਜਪਾਲ ਦੀ ਨਿਯੁਕਤੀ ਦੀ ਗੱਲ ਕਹੀ ਗਈ ਆ। ਜਿਹੜੀ ਰਾਜਪਾਲ ਦੀ ਨਿਯੁਕਤੀ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈਗੀ। ਇਹ ਵੀ ਪ੍ਰਸ਼ਨ ਜਿਹੜਾ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ। ਅਗਲਾ ਰਾਜਪਾਲ ਨਾਲ ਸੰਬੰਧਿਤ ਮਹੱਤਵਪੂਰਨ ਆਰਟੀਕਲ ਹੈਗਾ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਇਹ ਧਿਆਨ ਦੇ ਵਿੱਚ ਰੱਖਣਾ ਤੁਸੀਂ। ਇਸ ਦੇ ਵਿੱਚ ਕਿਹਾ ਗਿਆ ਕਿ ਰਾਜਪਾਲ ਆਪਣੇ ਰਾਜ ਦੇ ਕਿਸੇ ਵੀ ਅਪਰਾਧੀ ਦੀ ਸਜ਼ਾ ਮਾਫ਼ ਜਾਂ ਘੱਟ ਕਰ ਸਕਦਾ। ਆਪਣੇ ਰਾਜ ਤੋਂ ਮਤਲਬ ਹੈਗਾ ਵੀ ਜਿਸ ਰਾਜ ਦਾ ਉਹ ਰਾਜਪਾਲ ਹੈਗਾ। ਅੱਗੇ ਮੰਤਰੀ ਪਰਿਸ਼ਦ ਨਾਲ ਸੰਬੰਧਿਤ ਜਿਹੜੇ ਆਰਟੀਕਲ ਭਾਗ C ਦੇ ਵਿੱਚ ਨੇ। ਆਰਟੀਕਲ 163, ਜਿਸ ਦੇ ਵਿੱਚ ਮੰਤਰੀ ਪਰਿਸ਼ਦ ਦੀ ਜਿਹੜੀ ਵਿਵਸਥਾ ਕੀਤੀ ਗਈ ਆ। ਜਿਹੜੀ ਮੰਤਰੀ ਪਰਿਸ਼ਦ ਦੀ ਵਿਵਸਥਾ ਕੀਤੀ ਗਈ ਹੈ, ਇਹ ਰਾਜਪਾਲ ਦੀ ਸਹਾਇਤਾ ਦੇ ਲਈ ਕੀਤੀ ਗਈ ਆ, ਕਿਉਂਕਿ ਜਿਹੜਾ ਕਾਰਜਕਾਰੀ ਸ਼ਕਤੀਆਂ ਦਾ ਮੁਖੀ ਹੁੰਦਾ ਉਹ ਰਾਜਪਾਲ ਹੁੰਦਾ ਗਾ। ਪਰ ਆਪਾਂ ਨੂੰ ਪਤਾ ਕਿ ਜਿਹੜੇ ਕਾਰਜਕਾਰੀ ਸ਼ਕਤੀਆਂ ਦੀ ਉਹਦੀ ਅਸਲੀ ਵਰਤੋਂ ਹੈ ਜਿਹੜੀ ਉਹ ਮੁੱਖ ਮੰਤਰੀ ਕਰਦਾ ਗਾ। ਤਾਂ ਅਗਲਾ ਜਿਹੜਾ ਆਰਟੀਕਲ ਹੈਗਾ ਆਰਟੀਕਲ 164, ਜਿਹੜਾ ਮੁੱਖ ਮੰਤਰੀ ਨਿਯੁਕਤੀ ਨਾਲ ਸੰਬੰਧਿਤ ਆ। ਮੁੱਖ ਮੰਤਰੀ ਨਿਯੁਕਤੀ ਕੌਣ ਕਰਦਾ ਗਾ? ਰਾਜਪਾਲ। ਅੱਗੇ ਆ ਰਾਜ ਵਿਧਾਨ ਮੰਡਲ ਨਾਲ ਸੰਬੰਧਿਤ ਆਰਟੀਕਲ। ਆਰਟੀਕਲ 168, ਜਿਸ ਦੇ ਵਿੱਚ ਵਿਧਾਨ ਮੰਡਲ ਦੀ ਵਿਵਸਥਾ ਕੀਤੀ ਗਈ ਆ। ਆਰਟੀਕਲ 169, ਜਿਸ ਦੇ ਵਿੱਚ ਵਿਧਾਨ ਪਰਿਸ਼ਦ ਬਣਾਉਣ ਜਾਂ ਖਤਮ ਕਰਨ ਸੰਬੰਧੀ ਵਰਣਨ ਕੀਤਾ ਗਿਆ। ਅਗਲਾ ਆਰਟੀਕਲ ਹੈਗਾ 170, ਜਿਹਦੇ ਵਿੱਚ ਵਿਧਾਨ ਸਭਾ ਦੇ ਗਠਨ ਦੀ ਗੱਲ ਕਹੀ ਗਈ ਆ। ਅਗਲਾ ਆਰਟੀਕਲ ਹੈਗਾ 171, ਜਿਹਦੇ ਵਿੱਚ ਵਿਧਾਨ ਪਰਿਸ਼ਦ ਦੇ ਗਠਨ ਨਾਲ ਸੰਬੰਧਿਤ ਆ। ਇਹ ਆਰਟੀਕਲ ਨੇ ਜਿਹੜੇ ਤੁਸੀਂ ਇਕੱਠੇ ਤੌਰ 'ਤੇ ਯਾਦ ਕਰ ਸਕਦੇ ਹੋਗੇ ਆਸਾਨੀ ਨਾਲ। ਅੱਗੇ ਗੱਲ ਕਰਦੇ ਹਾਂ ਆਪਾਂ ਉੱਚ ਅਦਾਲਤ ਦੀ, ਯਾਨੀ ਕਿ ਹਾਈ ਕੋਰਟ ਦੀ। ਹਾਈ ਕੋਰਟ ਨਾਲ ਜਿਹੜੇ ਸੰਬੰਧਿਤ ਆਰਟੀਕਲ ਨੇ, ਉਹਦੇ ਵਿੱਚੋਂ ਆਪਣੇ ਕੋਲ ਪਹਿਲਾ ਆਰਟੀਕਲ ਹੈਗਾ 214, ਜਿਸ ਦੇ ਵਿੱਚ ਰਾਜਾਂ ਦੇ ਲਈ ਹਾਈ ਕੋਰਟ ਦੀ ਜਿਹੜੀ ਵਿਵਸਥਾ ਹੈਗੀ ਉਹ ਕੀਤੀ ਗਈ ਆ। ਅਗਲਾ ਮਹੱਤਵਪੂਰਨ ਆਰਟੀਕਲ ਹੈਗਾ 215, ਜਿਸ ਦੇ ਵਿੱਚ ਉੱਚ ਅਦਾਲਤ ਨੂੰ ਅਭਿਲੇਖ ਅਦਾਲਤ ਦਾ ਦਰਜਾ ਦਿੱਤਾ ਗਿਆ, ਯਾਨੀ ਕਿ ਜਿਹੜੀਆਂ ਫੈਸਲੇ ਉੱਚ ਅਦਾਲਤ ਦੁਆਰਾ ਕੀਤੇ ਜਾਂਦੇ ਨੇ ਉਹ ਹੇਠਲੀਆਂ ਅਦਾਲਤਾਂ ਲਈ ਇੱਕ ਤਰ੍ਹਾਂ ਦਾ ਮਾਰਗਦਰਸ਼ਨ ਦਾ ਕੰਮ ਕਰਦੇ ਨੇ। ਅਗਲਾ ਆਰਟੀਕਲ ਹੈਗਾ 216, ਜਿਹੜਾ ਕਿ ਹਾਈ ਕੋਰਟ ਦੇ ਗਠਨ ਨਾਲ ਸੰਬੰਧਿਤ ਆ। ਅਗਲਾ ਉੱਚ ਅਦਾਲਤ ਨਾਲ ਸੰਬੰਧਿਤ ਆਰਟੀਕਲ ਹੈਗਾ ਆਰਟੀਕਲ 226, ਇਸ ਦੇ ਵਿੱਚ ਸਰਵਉੱਚ ਅਦਾਲਤ ਦੀ ਰਿਟ ਜਾਰੀ ਕਰਨ ਦੀ ਸ਼ਕਤੀ ਦਾ ਵਰਣਨ ਕੀਤਾ ਗਿਆ। ਅਗਲਾ ਮਹੱਤਵਪੂਰਨ ਆਰਟੀਕਲ ਹੈਗਾ 231, ਜਿਹਦੇ ਵਿੱਚ ਇਹ ਕਿਹਾ ਗਿਆ ਕਿ 2 ਜਾਂ 2 ਤੋਂ ਵੱਧ ਰਾਜਾਂ ਲਈ ਇੱਕ ਜਿਹੜਾ ਹਾਈ ਕੋਰਟ ਆ ਉਹ ਹੋ ਸਕਦਾ। ਅਗਲਾ ਆਰਟੀਕਲ ਹੈਗਾ 233, ਜਿਹੜਾ ਕਿ ਜ਼ਿਲ੍ਹਾ ਕੋਰਟ ਦੇ ਜੱਜਾਂ ਦੀ ਨਿਯੁਕਤੀ ਨਾਲ ਸੰਬੰਧਿਤ ਆ। ਇਹ ਆਰਟੀਕਲ ਵੀ ਤੁਸੀਂ ਯਾਦ ਰੱਖਣੇ ਨੇ ਇਕੱਠੇ ਤੌਰ 'ਤੇ। ਇਹ ਮੈਂ ਅਲੱਗ-ਅਲੱਗ ਪਾਰਟ ਬਣਾ ਕੇ ਇਸ ਕਰਕੇ ਦੱਸ ਰਿਹਾ ਤਾਂ ਕਿ ਤੁਹਾਨੂੰ ਯਾਦ ਕਰਨ ਦੇ ਵਿੱਚ ਆਸਾਨੀ ਹੋ ਜੇ। ਅਗਲਾ ਸੰਵਿਧਾਨ ਦਾ ਭਾਗ ਹੈਗਾ 7, ਜਿਹਦੇ ਵਿੱਚ ਆਰਟੀਕਲ 238 ਸ਼ਾਮਲ ਆ, ਜਿਹਨੂੰ ਰੱਦ ਕਰ ਦਿੱਤਾ ਗਿਆ। ਠੀਕ ਹੈ, ਇਹਨੂੰ ਇੰਨਾ ਯਾਦ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ। ਇਹ ਨਾਲ ਦੀ ਨਾਲ ਤੁਹਾਡੇ ਜਿਹੜੇ ਭਾਗ ਨੇਗੇ ਸੰਵਿਧਾਨ ਦੇ ਉਹ ਵੀ ਕਵਰ ਹੋ ਰਹੇ ਨੇ। ਅਗਲਾ ਭਾਰਤੀ ਸੰਵਿਧਾਨ ਦਾ ਭਾਗ ਹੈਗਾ 8, ਜਿਹਦੇ ਵਿੱਚ ਆਰਟੀਕਲ 239 ਤੋਂ ਲੈ ਕੇ ਆਰਟੀਕਲ 242 ਨੇ ਸ਼ਾਮਲ ਨੇਗੇ। ਇਹ ਜਿਹੜੇ ਆਰਟੀਕਲ ਨੇਗੇ ਇਹ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਨੇ। ਕੇਂਦਰ ਸ਼ਾਸਤ ਪ੍ਰਦੇਸ਼ ਜਿਨ੍ਹਾਂ 'ਤੇ ਕੇਂਦਰ ਦਾ ਅਧਿਕਾਰ ਆ, ਜਿਵੇਂ ਆਪਣਾ ਹੋ ਗਿਆ ਦਿੱਲੀ ਅਤੇ ਚੰਡੀਗੜ੍ਹ। ਅਗਲਾ ਹੈਗਾ ਭਾਰਤੀ ਸੰਵਿਧਾਨ ਦਾ ਭਾਗ 9, ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ, ਇਹ ਧਿਆਨ ਦੇ ਵਿੱਚ ਰੱਖਣਾ ਤੁਸੀਂ। ਇਹਦੇ ਵਿੱਚ ਆਉਂਦੇ ਨੇ ਆਰਟੀਕਲ 243, 243A ਤੋਂ ਲੈ ਕੇ 243O ਤੱਕ। ਇਹ ਜਿਹੜੇ ਆਰਟੀਕਲ ਨੇ ਪੰਚਾਇਤੀ ਰਾਜ ਵਿਵਸਥਾ ਨਾਲ ਸੰਬੰਧਿਤ ਨੇ। ਅਗਲਾ ਭਾਰਤੀ ਸੰਵਿਧਾਨ ਦਾ ਭਾਗ ਹੈਗਾ 9A, ਜਿਹਦੇ ਵਿੱਚ ਸ਼ਾਮਲ ਆਰਟੀਕਲ ਨੇ ਆਰਟੀਕਲ 943P ਤੋਂ ਲੈ ਕੇ ਆਰਟੀਕਲ 243ZG ਤੱਕ। ਇਹ ਜਿਹੜੇ ਆਰਟੀਕਲ ਨੇਗੇ ਇਹ ਨਗਰ ਪਾਲਿਕਾ ਨਾਲ ਸੰਬੰਧਿਤ ਨੇ। ਜਿਹੜੇ ਇਹ ਆਰਟੀਕਲ ਨੇਗੇ ਇਹ 73ਵੀਂ ਅਤੇ 74ਵੀਂ ਸੋਧ ਦੁਆਰਾ ਸੰਵਿਧਾਨ ਦੇ ਵਿੱਚ ਜੋੜੇ ਗਏ ਸੀ। ਅੱਗੇ ਆ ਭਾਰਤੀ ਸੰਵਿਧਾਨ ਦਾ ਭਾਗ 10, ਜਿਹਦੇ ਵਿੱਚ ਸ਼ਾਮਲ ਆਰਟੀਕਲ ਆ 244,
ਇਹ ਜਿਹੜਾ ਆਰਟੀਕਲ ਹੈਗਾ ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਦੇ ਪ੍ਰਸ਼ਾਸਨਿਕ ਖੇਤਰਾਂ ਨਾਲ ਸੰਬੰਧਿਤ ਆ। ਅਗਲਾ ਹੈਗਾ ਭਾਰਤੀ ਸੰਵਿਧਾਨ ਦਾ ਭਾਗ 11, ਜਿਹਦੇ ਵਿੱਚ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸੰਬੰਧਾਂ ਦਾ ਵਰਣਨ ਕੀਤਾ ਗਿਆ। ਅਧਿਐਨ ਦੀ ਦ੍ਰਿਸ਼ਟੀ ਦੇ ਵਿੱਚੋਂ ਕੇਂਦਰ ਅਤੇ ਰਾਜ ਦੇ ਸੰਬੰਧਾਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈਗਾ। ਪਹਿਲਾ ਹੈਗਾ ਕੇਂਦਰ ਅਤੇ ਰਾਜਾਂ ਵਿਚਕਾਰ ਵਿਧਾਨਕ ਸੰਬੰਧ, ਜਿਹੜੇ ਆਰਟੀਕਲ 245 ਤੋਂ ਲੈ ਕੇ 255 ਤੱਕ ਨੇਗੇ। ਦੂਜਾ ਹੈਗਾ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਪ੍ਰਸ਼ਾਸਨਿਕ ਸੰਬੰਧ, ਜਿਨ੍ਹਾਂ ਦਾ ਆਪਾਂ ਨੂੰ ਵਰਣਨ ਮਿਲਦਾ ਆਰਟੀਕਲ 256 ਤੋਂ ਲੈ ਕੇ 263 ਤੱਕ। ਅੱਗੇ ਹੈਗਾ ਕੇਂਦਰ ਅਤੇ ਰਾਜਾਂ ਵਿਚਕਾਰ ਵਿੱਤੀ ਸੰਬੰਧ, ਜਿਨ੍ਹਾਂ ਦਾ ਆਪਾਂ ਨੂੰ ਵਰਣਨ ਮਿਲਦਾ ਗਾ ਆਰਟੀਕਲ 264 ਤੋਂ ਲੈ ਕੇ 294 ਤੱਕ। ਇੱਥੇ ਤੁਸੀਂ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਹੈ, ਜਿਹੜੇ ਕੇਂਦਰ ਅਤੇ ਰਾਜਾਂ ਵਿਚਕਾਰ ਵਿੱਤੀ ਸੰਬੰਧ ਨੇ ਉਹ ਭਾਗ 12 ਦੇ ਵਿੱਚ ਆਉਂਦੇ ਨੇ। ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸੰਬੰਧਾਂ ਦੇ ਬਾਰੇ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂਗੇ, ਜਦੋਂ ਆਪਾਂ ਨੇ ਫੈਡਰਲ ਸਿਸਟਮ ਦੀ ਵੀਡੀਓ ਦੇ ਵਿੱਚ ਇਹਦੇ ਬਾਰੇ ਪੜ੍ਹਿਆ ਸੀਗਾ ਅਤੇ ਹਰੇਕ ਆਰਟੀਕਲ ਨੂੰ ਆਪਾਂ ਧਿਆਨ ਦੇ ਨਾਲ ਸਟੱਡੀ ਕੀਤਾ ਸੀ। ਇਹਨਾਂ ਆਰਟੀਕਲਾਂ ਦੇ ਵਿੱਚੋਂ ਵੀ ਮੈਂ ਕੁਝ ਸ਼ਾਰਟ ਲਿਸਟ ਆਰਟੀਕਲ ਕੀਤੇ ਨੇਗੇ, ਜਿਹੜੇ ਇਸ ਵੀਡੀਓ ਦੇ ਵਿੱਚ ਹੀ ਕਰਵਾ ਦਿੱਤੇ ਜਾਣਗੇ। ਤਾਂ ਸ਼ੁਰੂ ਕਰਦੇ ਹਾਂਗੇ। ਆਰਟੀਕਲ 246, ਜਿਸ ਦੇ ਵਿੱਚ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਜਿਹੜੀ 3 ਸੂਚੀਆਂ ਦੇ ਵਿੱਚ ਵੰਡ ਕੀਤੀ ਗਈ ਆ। ਪਹਿਲੀ ਸੂਚੀ ਹੈਗੀ ਸੰਘ ਸੂਚੀ, ਦੂਜੀ ਹੈਗੀ ਰਾਜ ਸੂਚੀ, ਤੀਜੀ ਹੈਗੀ ਸੰਵਰਤੀ ਸੂਚੀ। ਸੰਘ ਸੂਚੀ ਤੇ ਸੰਸਦ ਕਾਨੂੰਨ ਬਣਾਊ, ਰਾਜ ਸੂਚੀ ਤੇ ਰਾਜ ਵਿਧਾਨ ਮੰਡਲ 'ਚ ਕਾਨੂੰਨ ਬਣਾਉਣਗੇ, ਅਤੇ ਸੰਵਰਤੀ ਸੂਚੀ ਤੇ ਸੰਸਦ ਵੀ ਕਾਨੂੰਨ ਬਣਾ ਸਕਦੇ ਅਤੇ ਰਾਜਾਂ ਦੇ ਜਿਹੜੇ ਵਿਧਾਨ ਮੰਡਲ ਨੇ ਉਹ ਵੀ ਕਾਨੂੰਨ ਬਣਾ ਸਕਦੇ ਨੇ। ਅੱਗੇ ਗੱਲ ਕਰਦੇ ਹਾਂ ਆਰਟੀਕਲ 248 ਦੀ, ਜਿਹਦੇ ਵਿੱਚ ਇਹਨਾਂ ਸੂਚੀਆਂ ਦੇ ਵਿੱਚ ਜਿਹੜੇ ਵਿਸ਼ਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਉਹਨਾਂ 'ਤੇ ਵੀ ਜਿਹੜਾ ਕਾਨੂੰਨ ਬਣਾਉਣ ਦਾ ਅਧਿਕਾਰ ਆ ਉਹ ਸੰਸਦ ਨੂੰ ਦਿੱਤਾ ਗਿਆ, ਯਾਨੀ ਕਿ ਬਚੀਆਂ ਕੁਚੀਆਂ ਸ਼ਕਤੀਆਂ ਨੇ ਜਿਹੜੀਆਂ ਉਹ ਵੀ ਸੰਸਦ ਨੂੰ ਦੇ ਦਿੱਤੀਆਂ ਗਈਆਂ। ਅਗਲਾ ਆਰਟੀਕਲ ਹੈਗਾ 249, ਜਿਸ ਦੇ ਅਨੁਸਾਰ ਰਾਜ ਸੂਚੀ ਦੇ ਵਿਸ਼ੇ ਉੱਤੇ ਸੰਸਦ ਕਾਨੂੰਨ ਬਣਾ ਸਕਦੀ ਹੈ। ਅਜਿਹਾ ਵਿਸ਼ਾ ਜਿਹੜਾ ਰਾਜ ਸੂਚੀ ਦੇ ਵਿੱਚ ਸ਼ਾਮਲ ਹੈਗਾ ਅਤੇ ਰਾਸ਼ਟਰੀ ਮਹੱਤਤਾ ਵਾਲਾ ਗਾ, ਉਹਦੇ ਉੱਤੇ ਜਿਹੜੀ ਸੰਸਦ ਆ ਉਹ ਕਾਨੂੰਨ ਬਣਾ ਸਕਦੀ ਆ। ਅਗਲਾ ਮਹੱਤਵਪੂਰਨ ਆਰਟੀਕਲ ਹੈਗਾ ਆਰਟੀਕਲ 262, ਜਿਹਦੇ ਵਿੱਚ ਨਦੀਆਂ ਦੇ ਪਾਣੀ ਨੂੰ ਲੈ ਕੇ 2 ਜਾਂ 2 ਤੋਂ ਵੱਧ ਰਾਜਾਂ ਦੇ ਵਿਚਕਾਰ ਜਿਹੜਾ ਝਗੜਾ ਹੁੰਦਾ ਗਾ, ਇਸ ਸੰਬੰਧੀ ਜਿਹੜਾ ਕਾਨੂੰਨ ਬਣਾਉਣ ਦਾ ਅਧਿਕਾਰ ਹੈਗਾ ਉਹ ਸੰਸਦ ਨੂੰ ਦਿੱਤਾ ਗਿਆ। ਇਸ ਤੋਂ ਅਗਲਾ ਆਰਟੀਕਲ ਹੈਗਾ 263, ਜਿਹੜਾ ਅੰਤਰਰਾਜੀ ਪ੍ਰਸਿੱਧ ਵਿਵਸਥਾ ਨਾਲ ਸੰਬੰਧਿਤ ਹੈਗਾ। ਅੰਤਰਰਾਜੀ ਪ੍ਰਸਿੱਧ ਦੇ ਵਿੱਚ ਜਿਹੜੇ ਰਾਜਾਂ ਦੇ ਮੁੱਖ ਮੰਤਰੀ ਹੁੰਦੇ ਨੇਗੇ ਉਹ ਮੈਂਬਰ ਹੁੰਦੇ ਨੇਗੇ, ਜਿਹੜੇ ਆਪਣੇ ਰਾਜਾਂ ਦੇ ਵਿਚਕਾਰ ਜਿਹੜੇ ਝਗੜੇ ਹੁੰਦੇ ਨੇ ਉਹਨਾਂ ਦਾ ਹੱਲ ਕਰਦੇ ਨੇ। ਇਸ ਕਰਕੇ ਤੁਸੀਂ ਇਹਨਾਂ ਦੋਨਾਂ ਨੂੰ ਇਕੱਠੇ ਤੌਰ 'ਤੇ ਜਿਹੜਾ ਯਾਦ ਕਰਨਾ ਹੈਗਾ। ਅਗਲਾ ਆਰਟੀਕਲ ਹੈਗਾ 280, ਜਿਹੜਾ ਕਿ ਵਿੱਤ ਆਯੋਗ ਦੇ ਗਠਨ ਨਾਲ ਸੰਬੰਧਿਤ ਆ, ਜਿਹੜਾ ਕਿ ਭਾਗ 12 ਦੇ ਵਿੱਚ ਆਉਂਦਾ। ਇਸ ਤੋਂ ਬਾਅਦ ਆਪਾਂ ਸੰਵਿਧਾਨ ਦੇ ਜਿਹੜੇ ਇੰਪੋਰਟੈਂਟ ਭਾਗ ਨੇ ਉਹੀ ਕਰਾਂਗੇ, ਅਤੇ ਜ਼ਿਆਦਾ ਆਪਾਂ ਨਹੀਂ ਪੜ੍ਹਾਂਗੇ ਕਿਉਂਕਿ ਜ਼ਿਆਦਾ ਆਰਟੀਕਲ ਨੇ ਜਿਹੜੇ ਯਾਦ ਰੱਖਣੇ ਬਹੁਤ ਹੀ ਜ਼ਿਆਦਾ ਔਖੇ ਨੇ। ਅਗਲਾ ਸੰਵਿਧਾਨ ਦਾ ਭਾਗ ਹੈਗਾ ਭਾਗ 14, ਜਿਹਦੇ ਵਿੱਚ ਆਪਾਂ ਆਰਟੀਕਲ ਯਾਦ ਰੱਖਣਾ ਆਰਟੀਕਲ 312, ਜਿਹੜਾ ਕਿ ਅਖਿਲ ਭਾਰਤੀ ਸਭਾਵਾਂ ਨਾਲ ਸੰਬੰਧਿਤ ਆ, ਜਿਵੇਂ ਹੋ ਗਿਆ IPS, IAS ਅਤੇ IFS ਅਧਿਕਾਰੀਆਂ ਨਾਲ। ਅਗਲਾ ਆਰਟੀਕਲ ਹੈਗਾ 315, ਜਿਹੜਾ ਕਿ ਸੰਘ ਲੋਕ ਸੇਵਾ ਆਯੋਗ ਦੇ ਗਠਨ ਨਾਲ ਸੰਬੰਧਿਤ ਆ। ਇਸ ਦੇ ਵਿੱਚ ਤੁਸੀਂ ਇੰਨਾ ਹੀ ਯਾਦ ਰੱਖਣਾ। ਅੱਗੇ ਆ ਭਾਰਤੀ ਸੰਵਿਧਾਨ ਦਾ ਭਾਗ 15, ਜਿਹਦੇ ਵਿੱਚ ਸ਼ਾਮਲ ਆਰਟੀਕਲ ਨੇ 324 ਤੋਂ ਲੈ ਕੇ 329 ਇਹ ਆਰਟੀਕਲ ਤੱਕ। ਇਹ ਜਿਹੜੇ ਆਰਟੀਕਲ ਨੇਗੇ ਇਹ ਚੋਣ ਆਯੋਗ ਨਾਲ ਸੰਬੰਧਿਤ ਨੇ। ਇਸ ਦੇ ਵਿੱਚ ਜਿਹੜਾ ਤੁਸੀਂ ਮੇਨ ਆਰਟੀਕਲ ਯਾਦ ਰੱਖਣਾ ਉਹ ਰੱਖਣਾ ਗਾ 324A, ਜਿਹੜਾ ਕਿ ਚੋਣ ਆਯੋਗ ਦੇ ਗਠਨ ਨਾਲ ਸੰਬੰਧਿਤ ਆ। ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ, ਇਹਨੂੰ ਧਿਆਨ ਦੇ ਵਿੱਚ ਰੱਖਣਾ ਗਾ, ਇਹ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ। ਅੱਗੇ ਆ ਸੰਵਿਧਾਨ ਦਾ ਭਾਗ 16, ਜਿਹਦੇ ਵਿੱਚ ਸ਼ਾਮਲ ਆਰਟੀਕਲ ਨੇਗੇ ਆਰਟੀਕਲ 330 ਤੋਂ ਲੈ ਕੇ 342 ਤੱਕ। ਇਸ ਦੇ ਵਿੱਚ ਕੁਝ ਵਰਗਾਂ ਲਈ ਜਿਹੜੇ ਵਿਸ਼ੇਸ਼ ਸਥਾਨ ਨੇ ਉਹ ਰਾਖਵੇਂ ਰੱਖੇ ਗਏ ਨੇਗੇ। ਇਸ ਦੇ ਵਿੱਚ ਪਹਿਲਾ ਆਰਟੀਕਲ ਹੈਗਾ 330, ਜਿਹਦੇ ਵਿੱਚ ਲੋਕ ਸਭਾ ਦੇ ਵਿੱਚ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਲਈ ਰਾਖਵੇਂ ਸਥਾਨ ਰੱਖੇ ਗਏ ਨੇਗੇ। ਅਗਲਾ ਆਰਟੀਕਲ ਹੈਗਾ 331, ਜਿਸ ਦੇ ਅਨੁਸਾਰ ਲੋਕ ਸਭਾ ਦੇ ਵਿੱਚ ਐਂਗਲੋ ਇੰਡੀਅਨ ਲਈ ਜਿਹੜੇ ਰਾਖਵੇਂ ਸਥਾਨ ਨੇ, ਜਿਨ੍ਹਾਂ ਦੀ ਸੰਖਿਆ 2 ਆ ਗਈ। ਆਪਾਂ ਨੂੰ ਪਤਾ ਜਿਹੜਾ ਰਾਸ਼ਟਰਪਤੀ ਨਿਯੁਕਤੀ ਕਰਦਾ ਐਂਗਲੋ ਇੰਡੀਅਨ ਸਮੁਦਾਇ ਦੇ ਮੈਂਬਰਾਂ ਦੀ। ਅਗਲਾ ਆਰਟੀਕਲ ਹੈਗਾ 332, ਜਿਹਦੇ ਵਿੱਚ ਵਿਧਾਨ ਸਭਾ ਦੇ ਵਿੱਚ SC ਅਤੇ ST ਲਈ ਰਾਖਵੇਂ ਸਥਾਨ ਰੱਖੇ ਜਾਂਦੇ ਨੇ। ਅਗਲਾ ਆਰਟੀਕਲ ਹੈਗਾ 333, ਜਿਸ ਦੇ ਅਨੁਸਾਰ ਵਿਧਾਨ ਸਭਾ ਵਿੱਚ ਐਂਗਲੋ ਇੰਡੀਅਨ ਲਈ ਰਾਖਵੇਂ ਸਥਾਨ ਰੱਖੇ ਜਾਂਦੇ ਨੇ। ਇਹ ਆਰਟੀਕਲ ਨੇ ਜਿਹੜੇ ਤੁਸੀਂ ਇਕੱਠੇ ਤੌਰ 'ਤੇ ਯਾਦ ਕਰ ਸਕਦੇ ਹੋ। ਅੱਗੇ ਆਰਟੀਕਲ ਹੈਗਾ ਆਰਟੀਕਲ 338, ਜਿਹੜਾ ਕਿ SC ਆਯੋਗ ਨਾਲ ਸੰਬੰਧਿਤ ਹੈਗਾ। ਅਗਲਾ ਆਰਟੀਕਲ ਹੈਗਾ 338A, ਜਿਹੜਾ ਕਿ ST ਆਯੋਗ ਨਾਲ ਸੰਬੰਧਿਤ ਆ। ਅੱਗੇ ਹੈਗਾ ਆਰਟੀਕਲ 340, ਜਿਹੜਾ ਕਿ OBC ਆਯੋਗ ਨਾਲ ਸੰਬੰਧਿਤ ਆ। ਇਹ ਤਿੰਨੇ ਆਰਟੀਕਲ ਨੇ ਜਿਹੜੇ ਆਯੋਗ ਨਾਲ ਸੰਬੰਧਿਤ ਨੇ। ਇੱਕ SC ਆਯੋਗ ਨਾਲ ਸੰਬੰਧਿਤ ਹੈ, ਇੱਕ ST ਆਯੋਗ ਨਾਲ ਸੰਬੰਧਿਤ ਹੈ, ਇੱਕ OBC ਆਯੋਗ ਨਾਲ ਸੰਬੰਧਿਤ ਆ।
ਅੱਗੇ ਗੱਲ ਕਰਦੇ ਹਾਂ ਭਾਰਤੀ ਸੰਵਿਧਾਨ ਦੇ ਭਾਗ 17 ਦੀ, ਜਿਹਦੇ ਵਿੱਚ ਰਾਜ ਭਾਸ਼ਾ ਨਾਲ ਸੰਬੰਧਿਤ ਭਾਗ ਹੈਗਾ ਇਹ, ਜਿਸ ਦੇ ਵਿੱਚ ਸ਼ਾਮਲ ਆਰਟੀਕਲ ਨੇ ਆਰਟੀਕਲ 343 ਤੋਂ ਲੈ ਕੇ 351। ਇਹਦੇ ਵਿੱਚ ਜਿਹੜਾ ਆਪਾਂ ਨੇ ਯਾਦ ਰੱਖਣਾ ਆਰਟੀਕਲ ਉਹ ਰੱਖਣਾ 343, ਜਿਸ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਸੰਘ ਦੀ ਰਾਜ ਭਾਸ਼ਾ ਉਹ ਹਿੰਦੀ ਹੋਵੇਗੀ ਅਤੇ ਉਸ ਦੀ ਜਿਹੜੀ ਲਿਪੀ ਆ ਉਹ ਦੇਵਨਾਗਰੀ ਹੋਵੇਗੀ। ਅੱਗੇ ਆ ਭਾਰਤੀ ਸੰਵਿਧਾਨ ਦਾ ਭਾਗ 18, ਜਿਸ ਦੇ ਵਿੱਚ ਰਾਸ਼ਟਰਪਤੀ ਦੀ ਜਿਹੜੀ ਸੰਕਟ ਕਾਲ ਸਮੇਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦਾ ਵਰਣਨ ਕੀਤਾ ਗਿਆ, ਜਿਹਦੇ ਵਿੱਚ ਆਪਾਂ 3 ਸ਼ਕਤੀਆਂ ਬਾਰੇ ਪੜ੍ਹਾਂਗੇ। ਪਹਿਲਾ ਹੈਗਾ ਆਰਟੀਕਲ 352, ਭਾਰਤ ਉੱਤੇ ਜਦੋਂ ਕਿਤੇ ਯੁੱਧ ਦੀ ਸਥਿਤੀ ਬਣਦੀ ਹੈ ਜਾਂ ਵਿਦੇਸ਼ੀ ਹਮਲਾ ਹੁੰਦਾ ਗਾ ਤਾਂ ਉਸ ਸਮੇਂ ਜਦੋਂ ਸੰਕਟ ਪੈਦਾ ਹੁੰਦਾ ਤਾਂ ਰਾਸ਼ਟਰਪਤੀ ਹੈ ਜਿਹੜਾ ਆਪਾਤਕਾਲ ਦੀ ਘੋਸ਼ਣਾ ਕਰ ਸਕਦਾ ਗਾ। ਅਗਲਾ ਆਰਟੀਕਲ ਹੈਗਾ 356, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਰਾਜਾਂ ਦੇ ਵਿੱਚ ਜੇਕਰ ਸੰਵਿਧਾਨਕ ਮਸ਼ੀਨਰੀ ਫੇਲ ਹੋ ਜਾਂਦੀ ਆ ਤਾਂ ਰਾਸ਼ਟਰਪਤੀ ਹੈ ਜਿਹੜਾ ਆਪਾਤਕਾਲ ਦੀ ਘੋਸ਼ਣਾ ਉਹ ਕਰ ਸਕਦਾ ਗਾ। ਅਗਲਾ ਆਰਟੀਕਲ ਹੈਗਾ 360, ਜਿਹੜਾ ਕਿ ਵਿੱਤੀ ਸੰਕਟ ਨਾਲ ਸੰਬੰਧਿਤ ਆ, ਯਾਨੀ ਕਿ ਜੇਕਰ ਭਾਰਤ ਦੇ ਵਿੱਚ ਰੁਪਏ ਨੂੰ ਲੈ ਕੇ ਕੋਈ ਕਮੀ ਹੋ ਜਾਏ ਜਾਂ ਭੁੱਖਮਾਰੀ ਹੋ ਜਾਏ ਤਾਂ ਅਜਿਹਾ ਸੰਕਟ ਆ ਜਿਹੜਾ ਘੋਸ਼ਣਾ ਉਹ ਰਾਸ਼ਟਰਪਤੀ ਕਰ ਸਕਦਾ ਗਾ। ਇਹ ਜਿਹੜਾ ਵਿੱਤੀ ਸੰਕਟ ਆ ਉਹ ਇੱਕ ਵਾਰੀ ਵੀ ਭਾਰਤ ਦੇ ਵਿੱਚ ਲਾਗੂ ਨਹੀਂ ਹੋਇਆ, ਇਸ ਲਈ ਧਿਆਨ ਦੇ ਵਿੱਚ ਰੱਖਣਾ ਤੁਸੀਂ। ਅੱਗੇ ਆਪਣਾ ਹੈਗਾ ਭਾਰਤੀ ਸੰਵਿਧਾਨ ਦਾ ਭਾਗ 20, ਜਿਹਦੇ ਵਿੱਚ ਸ਼ਾਮਲ ਆਰਟੀਕਲ ਹੈਗਾ ਆਰਟੀਕਲ 368, ਜਿਹਦੇ ਵਿੱਚ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਦਾ ਵਰਣਨ ਕੀਤਾ ਗਿਆ ਵੀ ਸੰਵਿਧਾਨ ਦੇ ਵਿੱਚ ਕਿਵੇਂ ਸੋਧ ਕੀਤੀ ਜਾ ਸਕਦੀ ਆ, ਅਤੇ ਜਿਹੜੀ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਸ਼ਕਤੀ ਆ ਉਹ ਸੰਸਦ ਨੂੰ ਦਿੱਤੀ ਗਈ ਆ। ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹ ਸੀ ਆਪਣੇ ਭਾਰਤੀ ਸੰਵਿਧਾਨ ਦੇ ਮਹੱਤਵਪੂਰਨ ਆਰਟੀਕਲ, ਜਿਨ੍ਹਾਂ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜ੍ਹਿਆ ਗਾ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ। ਹੋਰ ਵੀਡੀਓ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ ਜੀ।